ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਸਿਆਸੀ ਖਬਰਾਂ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਕਾਂਗਰਸ ਪਾਰਟੀ ਦੀ ਕਰਦੇ ਹਾਂ। ਕਾਂਗਰਸ ਪਾਰਟੀ ਦੀ ਤੀਜੀ ਲਿਸਟ ਤਿਆਰ ਹੈ ਤਾਂ ਤੀਜੀ ਲਿਸਟ ਦੇ ਵਿੱਚ ਕਿਹੜੇ-ਕਿਹੜੇ ਵਿਧਾਇਕਾਂ ਨੂੰ ਝਟਕਾ ਲੱਗ ਸਕਦਾ ਹੈ, ਕਿਹੜੇ-ਕਿਹੜੇ ਉਮੀਦਵਾਰਾਂ ਦੀਆਂ ਉਮੀਦਾਂ ਤੇ ਜਿਹੜਾ ਪਾਣੀ ਫਿਰ ਸਕਦਾ ਹੈ, ਇਸ ਤੇ ਚਰਚਾ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਚੋਣ ਕਮਿਸ਼ਨ ਦੀ। ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਉਮੀਦਵਾਰਾਂ ਨੂੰ ਇੱਕ ਉਮੀਦਵਾਰਾਂ ਦੇ ਆਦੇਸ਼ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਕੀ ਉਮੀਦਵਾਰਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਨਜ਼ਰ ਆਉਣਗੀਆਂ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਤੇ ਨਾਲ ਹੀ ਗੱਲਬਾਤ ਕਰਾਂਗੇ ਮਾਇਆਵਤੀ ਨੇ ਜਿਹੜੇ ਉਹ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਿਸ ਤਰ੍ਹਾਂ ਦੀ ਹਿਲਜੁਲ ਦੇਖਣ ਨੂੰ ਮਿਲ ਸਕਦੀ ਹੈ, ਇਸ ਤੇ ਵੀ ਚਰਚਾ ਹੋਏਗੀ। ਤੇ तमाम सियासी खबरों को लैके गलबात करते हैं। तो इस प्रोग्राम के विच साडे नाल शामिल ने डॉक्टर भीमिंदर सिंह। डॉक्टर साहब प्रोग्राम च स्वागत है जी। बहुत बहुत शुक्रिया, मेहरबानी, धन्यवाद गुरप्रीत जी। डॉक्टर साहब दो लिस्टां जारी हो चुके हैं कांग्रेस पार्टी के वलों ते एक लिस्ट अजे बाकी है, 8 उम्मीदवारों का ऐलान होना बाकी है। तो की लगता है कि किहड़े-किहड़े विधायकों नूं झटका लग सकता है, सीधे असर नज़र आ रहे हैं? गुरप्रीत जी देखो, ਜਿਹੜੀਆਂ ਦੋ ਲਿਸਟਾਂ ਜਾਰੀ ਹੋਈਆਂ ਨੇ ਉਹਦੇ ਵਿੱਚ ਵੀ ਕਈ ਵਿਧਾਇਕ ਜਿਹੜੇ ਨੇ ਉਹ ਝਟਕਾਏ ਗਏ ਨੇ। ਖਾਸ ਤੌਰ ਤੇ ਜਿਹੜੀ ਪਹਿਲੀ ਲਿਸਟ ਸੀ ਉਹਦੇ ਵਿੱਚ 5 ਵਿਧਾਇਕ ਕੱਟੇ ਗਏ ਸੀਗੇ, ਉਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ। ਉਸ ਤੋਂ ਬਾਅਦ 4 ਵਿਧਾਇਕਾਂ ਦੀਆਂ ਜਿਹੜੀਆਂ ਸੈਕੰਡ ਲਿਸਟ ਆਈ ਉਹ ਕੱਟੀਆਂ ਗਈਆਂ। ਜਿਹੜੀ ਹੁਣ ਲਿਸਟ ਆਉਣੀ ਹੈ, ਕਿਉਂਕਿ ਇਸ ਵੇਲੇ ਜਿਹੜੀ 8 ਉਮੀਦਵਾਰਾਂ ਦੀ ਲਿਸਟ ਬਾਕੀ ਹੈ ਉਹਦੇ ਵਿੱਚ ਕਾਫੀ ਸੰਭਾਵਨਾਵਾਂ ਨੇ ਕਿ ਕਈ ਜਿਹੜੇ ਵੱਡੇ ਦਿੱਗਜ ਨੇ ਕਾਂਗਰਸ ਦੇ ਉਹਨਾਂ ਦੇ ਜਿਹੜੀ ਹੈਗੀ ਹੈ ਟਿਕਟ ਕੱਟੀ ਜਾ ਸਕਦੀ ਹੈ। ਸੋ ਇਸ ਵੇਲੇ ਚਾਹੇ ਉਹ ਅੰਗਦ ਸਿੰਘ ਜੀ ਨੇ, ਕਿਉਂਕਿ ਅੰਗਦ ਸਿੰਘ ਜੀ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੇ ਧਰਮ ਪਤਨੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਔਰ ਯੂਪੀ ਦੇ ਵਿੱਚ ਉਹਨਾਂ ਨੂੰ ਟਿਕਟ ਵੀ ਮਿਲ ਚੁੱਕੀ ਹੈ। ਇਸ ਕਰਕੇ ਪਾਰਟੀ ਲਗਭਗ ਤਿਆਰ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਟਿਕਟ ਕੱਟੀ ਜਾਏ। ਸੋ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਹੈ, ਚਾਹੇ ਉਹ ਚੰਨੀ ਸਾਹਿਬ ਦੇ ਭਰਾ ਹੋਣ ਡਾਕਟਰ ਸਾਹਿਬ, ਚਾਹੇ ਢਿੱਲੋਂ ਸਾਹਿਬ ਹੋਣ ਸਮਰਾਲਾ ਤੋਂ, ਚਾਹੇ ਜੱਸੀ ਜੀ ਹੋਣ, ਉਹਨਾਂ ਨੇ ਲਗਾਤਾਰ ਬਗਾਵਤੀ ਸੁਰਾਂ ਆਪਣੀਆਂ ਕਾਇਮ ਰੱਖੀਆਂ ਨੇ। ਔਰ ਕੱਲੀਆਂ ਬਗਾਵਤੀ ਸੁਰਾਂ ਨਹੀਂ ਰੱਖੀਆਂ, ਜਿਹੜੀ ਦੇਖਣ ਵਾਲੀ ਗੱਲ ਹੈ ਗੁਰਪ੍ਰੀਤ ਜੀ ਉਹ ਇਹ ਹੈ ਕਿ ਉਹਨਾਂ ਨੇ ਆਜ਼ਾਦ ਉਮੀਦਵਾਰੀ ਦੇ ਜਿਹੜੇ ਨੇ ਉਹ ਫਾਰਮ ਵੀ ਭਰ ਦਿੱਤੇ ਨੇ, ਯਾਨੀ ਕਿ ਉਹ ਮੈਦਾਨ ਦੇ ਵਿੱਚ ਕੁੱਦ ਚੁੱਕੇ ਨੇ ਆਲਰੇਡੀ। ਸੋ ਇਸ ਤੋਂ ਇਲਾਵਾ ਵੀ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਐਸੇ ਉਮੀਦਵਾਰ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹਨਾਂ ਨੇ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਫਾਰਮ ਭਰੇ ਜਾ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਖਾਸ ਤੌਰ ਤੇ ਜਿਹੜੀਆਂ ਇਸ ਵਾਰੀ ਜਿਹੜੀ ਸੰਕਟ ਵੱਡਾ ਦੇਖ ਰਿਹਾ ਕਾਂਗਰਸ ਦੇ ਵਿੱਚ ਉਹ ਹੈ ਮਹਿਲਾ ਉਮੀਦਵਾਰਾਂ ਨੂੰ ਲੈ ਕੇ, ਕਿਉਂਕਿ ਪਿਛਲੇ ਵਾਰੀ ਮਹਿਲਾ ਉਮੀਦਵਾਰਾਂ ਨੂੰ ਕਾਫੀ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਸੀਗੀਆਂ ਔਰ ਇਸ ਵਾਰੀ ਸਮੱਸਿਆ ਇਹੀ ਆਈ ਹੈ, ਚਾਹੇ ਉਹ ਬਿੱਟੀ ਜੀ ਹੋਣ, ਚਾਹੇ ਦਮਨ ਬਾਜਵਾ ਜੀ ਹੋਣ, ਚਾਹੇ ਪਿਛਲੇ ਦਿਨਾਂ ਦੇ ਵਿੱਚ ਸੋਢੀ ਮੈਡਮ ਸੋਢੀ ਨੇ ਜਿਹੜੇ ਪ੍ਰਧਾਨ ਨੇ ਮਹਿਲਾ ਵਿੰਗ ਦੇ, ਉਹਨਾਂ ਨੇ ਵੀ ਬੜਾ ਰੌਲਾ ਪਾਇਆ ਸੀਗਾ ਕਿ ਇਸ ਵਾਰੀ ਮਹਿਲਾਵਾਂ ਨੂੰ ਉਹ ਤਵੱਜੋ ਨਹੀਂ ਦਿੱਤੀ ਗਈ ਜਿਹਦੇ ਤੋਂ ਕਾਂਗਰਸ ਨੂੰ ਤੋਂ ਆਸ ਕੀਤੀ ਜਾਂਦੀ ਸੀਗੀ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਮਹਿਲਾਵਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਨੇ। ਔਰ ਦੂਜੇ ਪਾਸੇ ਤੁਸੀਂ ਦੇਖੋਗੇ ਕਿ ਜਿਹੜੇ ਯੂਪੀ ਦੇ ਵਿੱਚ ਜਿਵੇਂ ਚੱਲ ਰਿਹਾ ਹੈ, ਯੂਪੀ ਦੇ ਵਿੱਚ ਪ੍ਰਿੰਕਾ ਜੀ ਵੱਲੋਂ ਇਹ ਨਾਰਾ ਵੀ ਦਿੱਤਾ ਗਿਆ ਸੀਗਾ ਔਰ ਇਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ 40% ਔਰਤਾਂ ਨੂੰ ਅਸੀਂ ਚੋਣਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਉਹਨਾਂ ਨੂੰ ਟਿਕਟਾਂ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟ ਰਵੱਈਆ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਦੇ ਵੱਲੋਂ। ਜਿਹੜੀਆਂ ਮੌਜੂਦਾ ਮਹਿਲਾਵਾਂ ਸੀਗੀਆਂ, ਜਿਹੜੀਆਂ ਪੋਲਿਟਿਕਸ ਦੇ ਵਿੱਚ ਆਈਆਂ ਨੇ ਔਰ ਵੱਡਾ ਉਹਨਾਂ ਨੇ ਇੱਕ ਨਾਮ ਪੈਦਾ ਕੀਤਾ ਆਪਣਾ, ਉਹਨਾਂ ਦੀਆਂ ਵੀ ਟਿਕਟਾਂ ਪਿਛਲੇ ਦਿਨਾਂ ਦੇ ਵਿੱਚ ਕੱਟੀਆਂ ਗਈਆਂ, ਚਾਹੇ ਦਮਨ ਬਾਜਵਾ ਜੀ ਹੋਣ, ਚਾਹੇ ਬਿੱਟੀ ਜੀ ਹੋਣ, ਕਿਉਂਕਿ ਵੱਡੇ ਨਾਮ ਨੇ। ਬਿੱਟੀ ਜੀ ਦਾ ਨਾਮ ਗਾਇਕੀ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਵੱਡਾ ਨਾਂ ਹੈ ਔਰ ਉਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਔਰ ਪੋਲੀਟੀਕਲ ਨਾਮ ਵੀ ਜਿਹੜਾ ਹੈਗਾ ਬਣਾਇਆ ਹੈ। ਪਰ ਦੂਜੇ ਪਾਸੇ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਉਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ, ਉਹਨਾਂ ਨੇ ਭਾਵਕ ਹੋ ਕੇ ਦੋਵੇਂ ਜਾਂ ਬਾਕੀ ਵੀ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੇ ਲਗਾਤਾਰ ਆਪਣੀ ਹਾਈ ਕਮਾਂਡ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਸਾਰੀਆਂ ਜਿੰਨੀਆਂ ਵੀ ਟਿਕਟਾਂ ਕੱਟੀਆਂ ਗਈਆਂ ਨੇ, ਜੇਕਰ ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੁੰਦੇ ਨੇ ਇਹ ਲੋਕ, ਚਾਹੇ
ਅੰਗਦ ਸਿੰਘ ਹੋਣ ਚਾਹੇ ਬਾਕੀ ਹੋਰ ਲੋਕ ਹੋਣ, ਤਾਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਜਿਹੜੀ ਸਮਝਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਉਮੀਦਵਾਰਾਂ ਦੇ ਟਿਕਟ ਕੱਟੇ ਜਾਣਗੇ ਆਉਣ ਵਾਲੀ ਲਿਸਟ ਦੇ ਵਿੱਚ ਵੀ ਔਰ ਪਿਛਲੀਆਂ ਲਿਸਟਾਂ ਦੇ ਵਿੱਚ ਵੀ, ਉਹਨਾਂ ਦੇ ਵਿੱਚ ਕਾਫੀ ਰੋਸ ਵਿਰੋਧ ਜਿਹੜਾ ਹੈਗਾ ਆਪਣੀ ਹਾਈ ਕਮਾਂਡ ਦੇ ਪ੍ਰਤੀ ਉਹ ਤੁਹਾਨੂੰ ਨਜ਼ਰ ਆਏਗਾ। ਔਰ ਇਹਦਾ ਨਤੀਜਾ ਕੀ ਨਿਕਲ ਰਿਹਾ ਹੈ ਕਿ ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਲੋਕ ਖੜ ਰਹੇ ਨੇ ਔਰ ਨੁਕਸਾਨ ਬਹੁਤ ਭਾਰੀ ਕਾਂਗਰਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਗੁਰਪ੍ਰੀਤ ਜੀ, ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਅੰਗਦ ਸਿੰਘ ਦੀ ਗੱਲ ਕੀਤੀ ਹੈ, ਨਵਾਂ ਸ਼ਹਿਰ ਤੋਂ ਉਹਨਾਂ ਦੀ ਟਿਕਟ ਕੱਟ ਸਕਦੀ ਹੈ, ਤੇ ਸੂਤਰ ਇਹ ਵੀ ਕਹਿ ਰਹੇ ਨੇ ਕਿ ਖੇਮਕਰਨ ਤੋਂ ਸੁਖਪਾਲ ਭੁੱਲਰ ਦਾ ਵੀ ਪੱਤਾ ਸਾਫ਼ ਹੋ ਸਕਦਾ ਹੈ। ਬਿਲਕੁਲ, ਦੇਖੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਖੇਮਕਰਨ ਦੇ ਵਿੱਚ ਕਾਫੀ ਜਿਹੜੀ ਹੈਗੀ ਆ ਕਸ਼ਮਕਸ਼ ਚੱਲਦੀ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਦਾ ਵੀ, ਭੁੱਲਰ ਸਾਹਿਬ ਦਾ ਵੀ ਪੱਤਾ ਕੱਟਿਆ ਜਾਏ। ਜਿਹੜੀਆਂ ਕਿਆਸ ਰਾਈਆਂ ਕੀਤੀਆਂ ਜਾ ਰਹੀਆਂ ਨੇ ਨਵੀਂ ਲਿਸਟ ਦੇ ਵਿੱਚ, ਇਸ ਤਰ੍ਹਾਂ ਕੁਝ ਹੋਰ ਵੀ ਜਿਹੜੇ ਬੰਦੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਨੇ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਸਾਡੇ ਕੋਲੇ ਬਹੁਤ ਵੱਡੀ ਐਗਜ਼ਾਮਪਲ ਹੈ ਜਿਹਦੇ ਵਿੱਚ ਆਪਸੀ ਖਾਨਾ ਜੰਗੀ ਦਾ ਸਾਨੂੰ ਪਤਾ ਲੱਗਦਾ ਹੈ, ਉਹ ਹੈ ਕਿ ਅਸ਼ਵਨੀ ਸੇਖੜੀ ਜੀ ਦੀ ਟਿਕਟ ਜਿਹੜੀ ਦਿੱਤੀ ਗਈ ਹੈ। ਔਰ ਅਸ਼ਵਨੀ ਸੇਖੜੀ ਜੀ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਹਿੰਦੂ ਭਾਈਚਾਰੇ ਨੂੰ ਇਗਨੋਰ ਕੀਤਾ ਜਾਂਦਾ ਹੈ ਔਰ ਉਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਟਿਕਟ ਵੀ ਮਿਲੀ ਹੈ। ਪਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਔਰ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਉਹ ਉੱਥੋਂ ਟਿਕਟ ਲੈਣੀ ਚਾਹੁੰਦੇ ਨੇ ਔਰ ਅਸ਼ਵਨੀ ਸੇਖੜੀ ਜੀ ਦਾ ਪੱਤਾ ਕੱਟਣਾ ਚਾਹੁੰਦੇ ਸੀਗੇ। ਪਰ ਅਸ਼ਵਨੀ ਸੇਖੜੀ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਟਿਕਟ ਲੈਣ ਦੇ ਵਿੱਚ ਜਾਂ ਟਿਕਟ ਬਚਾਉਣ ਦੇ ਵਿੱਚ ਕਾਮਯਾਬ ਹੋਏ ਨੇ ਔਰ ਹੁਣ ਉੱਥੇ ਵੀ ਜਿਹੜਾ ਹੈਗਾ ਬਹੁਤ ਵੱਡਾ ਔਰ ਖਾਸ ਤੌਰ ਤੇ ਮਾਝਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਵੀ ਇੱਕ ਵੱਡਾ ਖਲਾ ਤੁਹਾਨੂੰ ਨਜ਼ਰ ਆਏਗਾ ਕਾਂਗਰਸ ਦਾ ਔਰ ਕਾਫੀ ਨੁਕਸਾਨ। ਜੇਕਰ ਤ੍ਰਿਪਤ ਰਜਿੰਦਰ ਬਾਜਵਾ ਔਰ ਉਹਨਾਂ ਦੇ ਸੁਪੁੱਤਰ ਜਾਂ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਜੇਕਰ ਬਗਾਵਤ ਕਰਦੇ ਨੇ ਤਾਂ ਇਹਦੇ ਨਾਲ ਮਾਝੇ ਦੇ ਵਿੱਚ ਇੱਕ ਵੱਡੀ ਬਗਾਵਤ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਚਾਹੇ ਉਹ ਖੇਮਕਰਨ ਹੋਵੇ, ਚਾਹੇ ਤੁਸੀਂ ਨਵਾਂ ਸ਼ਹਿਰ ਹੋਵੇ ਜਾਂ ਹੋਰ ਜਿਹੜੇ ਵੱਖ-ਵੱਖ ਇਲਾਕੇ ਨੇ ਔਰ ਲਗਭਗ 15 ਖੇਤਰ ਐਸੇ ਨੇ ਜਿੱਥੇ ਕਿ ਕਾਫੀ ਵੱਡੀਆਂ ਬਗਾਵਤੀ ਸੁਰਾਂ ਤੁਹਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਔਰ ਜੇਕਰ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧਦੀਆਂ ਨੇ, ਕਿਉਂਕਿ ਹਜੇ 8 ਸੀਟਾਂ ਬਹੁਤ ਹੁੰਦੀਆਂ ਨੇ, 8 ਸੀਟਾਂ ਦੇ ਉੱਤੇ ਕਸ਼ਮਕਸ਼ ਜਿਹੜੀ ਹੈਗੀ ਹੈ ਕਾਂਗਰਸ ਦੀ ਜਾਰੀ ਹੈ ਔਰ ਉਹਦੇ ਵਿੱਚ ਜੇ ਬਗਾਵਤੀ ਸੁਰਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਦਿਖਾਈ ਦੇਣਗੀਆਂ ਤਾਂ ਇਹਦੇ ਨਾਲ ਕੀ ਹੋਏਗਾ ਕਿ ਲਗਭਗ 20 ਤੋਂ 25 ਸੀਟਾਂ ਦੇ ਉੱਤੇ ਇਹਨਾਂ ਜਿਹੜਾ ਹੈਗਾ ਆਜ਼ਾਦ ਉਮੀਦਵਾਰਾਂ ਦਾ ਤੁਸੀਂ ਦੇਖੋਗੇ ਕਿ ਉਹ ਲੋਕ ਜਿਹੜੇ ਨੇ ਉਹ ਲੜ ਸਕਦੇ ਨੇ ਔਰ ਉਹਦੇ ਨਾਲ ਨੁਕਸਾਨ ਕਾਫੀ ਹੋਣ ਦੀਆਂ ਸੰਭਾਵਨਾਵਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਦਿਖ ਸਕਦੀਆਂ ਨੇ। ਗੁਰਪ੍ਰੀਤ ਜੀ, ਬਿਲਕੁਲ ਡਾਕਟਰ ਸਾਹਿਬ, ਤੇ ਜੇਕਰ ਆਪਾਂ ਟਿਕਟਾਂ ਕੱਟਣ ਦੀ ਗੱਲ ਕਰੀਏ ਤਾਂ ਕਈ ਪਾਰਟੀਆਂ ਦੇ ਵਿੱਚ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਤਾਂ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਸਥਿਤੀ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੰਨੀ ਕੁ ਨਾਜ਼ੁਕ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਬਗਾਵਤਾਂ ਹੋ ਰਹੀਆਂ ਨੇ, ਤਾਂ ਕੀ ਲੱਗਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੀ ਬੇੜੀ ਪਾਰ ਲੱਗ ਸਕਦੀ ਹੈ? ਦੇਖੋ, ਜਿਸ ਕਿਸਮ ਦੇ ਹਾਲਾਤ ਬਣ ਚੁੱਕੇ ਨੇ ਔਰ ਜਿਸ ਕਿਸਮ ਦੇ ਬਗਾਵਤੀ ਸੁਰ ਇਸ ਵੇਲੇ ਅਲੱਗ-ਅਲੱਗ, ਚਾਹੇ ਉਹ ਮਹਿਲਾਵਾਂ ਦੀ ਆਪਾਂ ਜ਼ਿਕਰ ਕੀਤਾ ਹੈ, ਚਾਹੇ ਜਿਹੜੇ ਪੁਰਾਣੇ ਖੁੰਡ ਸੀਗੇ ਕਾਂਗਰਸ ਦੇ, ਉਹਨਾਂ ਨੂੰ ਜਦੋਂ ਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਜੱਸੀ ਜੀ ਦਾ ਨਾਮ ਲਿਆ ਹੈ ਔਰ ਪਿਛਲੇ ਲੰਮੇ ਸਮੇਂ ਤੋਂ ਉਹ ਕਾਂਗਰਸ ਦੇ ਥੰਮ ਰਹੇ ਨੇ ਔਰ ਇਸ ਤੋਂ ਇਲਾਵਾ ਢਿੱਲੋਂ ਸਾਹਿਬ ਦਾ ਆਪਾਂ ਜ਼ਿਕਰ ਕਰਦੇ ਹਾਂ, ਸਮਰਾਲਾ ਤੋਂ ਉਹਨਾਂ ਦੀ ਜਿਹੜੀ ਹੈਗਾ ਕਈ ਵਾਰੀ ਉਹ ਜਿੱਤੇ ਨੇ, ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਇਸੇ ਤਰ੍ਹਾਂ ਦਮਨ ਬਾਜਵਾ ਦੀ ਆਪਾਂ ਗੱਲ ਕੀਤੀ ਹੈ ਔਰ ਦਮਨ ਬਾਜਵਾ ਨੇ, ਮੈਨੂੰ ਯਾਦ ਹੈ ਕਿ ਪਿਛਲੇ ਲਗਭਗ 5 ਸਾਲਾਂ ਤੋਂ, ਕਿਉਂਕਿ ਉੱਥੇ ਅਮਨ ਅਰੋੜਾ ਜੀ ਜਿੱਤੇ ਹੋਏ ਸੀ ਆਮ ਆਦਮੀ ਪਾਰਟੀ ਦੇ, ਬਹੁਤ ਤਨਦੇਹੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਸੀਗਾ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਏਦਾਂ ਟਿਕਟ ਕੱਟੀ ਗਈ ਔਰ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਨਵਾਂ ਬੰਦਾ ਲਿਆ ਕੇ ਉਹਨਾਂ ਨੇ ਦੋਸ਼ ਲਾਇਆ ਕਿ ਇੱਥੇ ਸੁਨਾਮ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਕਾਂਗਰਸ ਵੱਲੋਂ, ਤਾਂ ਇਹਦੇ ਨਾਲ ਉਸ ਵੇਲੇ ਉਮੀਦਵਾਰ ਦਾ ਜਿਹੜਾ ਦਿਲ ਹੈ, ਜਿਹੜਾ ਕਿ ਝਾਕ ਚ ਹੁੰਦਾ ਕਿ ਮੈਨੂੰ ਟਿਕਟ ਤੁਹਾਨੂੰ ਦੇਣੀ ਹੀ ਪਏਗੀ ਔਰ ਟਿਕਟ ਦੀ ਉਹ ਆਪਾਂ ਕਹਿ ਸਕਦੇ ਹਾਂ ਕਿ ਦਾਅਵੇਦਾਰ ਵੀ ਸੀਗੇ ਔਰ ਉਹਨਾਂ ਨੇ ਇੰਨਾ ਕੰਮ ਇੰਨਾ ਕੀਤਾ ਸੀਗਾ, ਲੋਕਾਂ 'ਚ ਵਿਚਰੇ ਸੀਗੇ ਔਰ ਉਹਨਾਂ ਨੂੰ ਹੁਣ ਇਹ ਲੱਗਦਾ ਹੈ ਕਿ ਮੇਰਾ ਜਿਹੜਾ ਹੈਗਾ ਦਿਲ ਦੁਖਿਆ ਹੈ। ਉਹ ਟੀਵੀ ਦੇ ਉੱਤੇ ਉਹ ਭਾਵਕ ਵੀ ਹੋਏ ਨੇ ਔਰ ਇਸੇ ਤਰ੍ਹਾਂ ਬਿੱਟੀ ਜੀ ਵੀ ਭਾਵਕ ਹੋਏ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਸ ਕਿਸਮ ਦੇ ਵਾਅਦੇ ਜਾਂ ਦਾਅਵੇ ਕੀਤੇ ਜਾਂਦੇ ਸੀ ਕਾਂਗਰਸ ਵੱਲੋਂ ਕਿ ਅਸੀਂ ਮਹਿਲਾਵਾਂ ਨੂੰ ਅੱਗੇ ਰੱਖਾਂਗੇ, ਅਸੀਂ ਜਿਹੜਾ ਹੈਗਾ ਵਿਨੇਬਿਲਿਟੀ ਦੇਖਾਂਗੇ,
ਯਾਨੀ ਕਿ ਇੱਥੇ ਸਾਰੀਆਂ ਚੀਜ਼ਾਂ ਉਲਟ ਪੁਲਟ ਹੁੰਦੀਆਂ ਨਜ਼ਰ ਆ ਰਹੀਆਂ ਨੇ। ਬੰਦਾ ਬਿਲਕੁਲ, ਜਦੋਂ ਤੁਸੀਂ ਸੁਨਾਮ ਦੀ ਗੱਲ ਕਰਦੇ ਹੋ, ਬਿਲਕੁਲ ਨਵਾਂ ਚਿਹਰਾ ਜਿਹੜਾ ਹੈਗਾ ਤੁਸੀਂ ਉੱਥੇ ਲਿਆਂਦਾ ਹੈ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਇਸ ਵੇਲੇ ਹਾਈ ਕਮਾਂਡ ਦੇ ਉੱਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਵੱਖ-ਵੱਖ ਸੀਟਾਂ ਦੇ ਉੱਤੇ। ਔਰ ਜਦੋਂ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਜੀ ਆਏ ਸੀਗੇ ਤਾਂ ਉਹਨਾਂ ਨੂੰ ਵੀ ਉਹਨਾਂ ਵਿਰੋਧ ਜਤਾਇਆ ਗਿਆ, ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਫੀ ਦਿੱਕਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਜਦੋਂ ਕਿਉਂਕਿ ਚੋਣ ਪ੍ਰਚਾਰ ਇਸ ਵੇਲੇ ਸਿਖਰ ਤੇ ਚੱਲ ਰਿਹਾ ਹੈ, ਬਹੁਤ ਥੋੜਾ ਸਮਾਂ ਬਚਿਆ ਹੈ, ਕੁਝ ਦਿਨ ਹੀ ਬਾਕੀ ਨੇ। ਔਰ ਜੇਕਰ ਇਹਨਾਂ ਦਿਨਾਂ ਦੇ ਵਿੱਚ ਇਹ ਬਗਾਵਤੀ ਸੁਰਾਂ ਉੱਠਦੀਆਂ ਨੇ ਐਂਡ ਪੀਕ ਤੇ ਜਾ ਕੇ, ਤਾਂ ਇਹਦੇ ਨਾਲ ਕਾਫੀ ਵੱਡਾ ਨੁਕਸਾਨ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਗੁਰਪ੍ਰੀਤ ਜੀ, ਬਿਲਕੁਲ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੇ ਨਵੇਂ ਚਿਹਰਿਆਂ ਨੂੰ ਕਾਂਗਰਸ ਪਾਰਟੀ ਟਿਕਟਾਂ ਦੇ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਬੇੜੀ ਪਾਰ ਲਾ ਪਾਉਣਗੇ ਜਾਂ ਨਹੀਂ। ਤੇ ਗੱਲ ਕਰਾਂਗੇ ਚੋਣ ਕਮਿਸ਼ਨ ਦੀ। ਚੋਣ ਕਮਿਸ਼ਨ ਦੇ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਅਪਰਾਧਿਕ ਪਿਛੋਕੜ ਹੈ ਜਿਹੜਾ, ਉਹਦੇ ਸੰਬੰਧੀ ਜਿਹੜੀ ਜਾਣਕਾਰੀ ਦੇਣੀ ਪਵੇਗੀ ਚੋਣ ਕਮਿਸ਼ਨ ਨੂੰ ਉਮੀਦਵਾਰਾਂ ਨੂੰ। ਤਾਂ ਕੀ ਲੱਗਦਾ ਹੈ ਕਿ ਉਮੀਦਵਾਰਾਂ ਦੀਆਂ ਇਹਦੇ ਨਾਲ ਪਰੇਸ਼ਾਨੀਆਂ ਵੱਧ ਸਕਦੀਆਂ ਨੇ? ਕਿੰਨੇ ਕੁ ਚਾਂਸ ਇਦਾਂ ਦੇ ਮਾਮਲੇ ਲੱਗਦੇ ਨੇ ਤੁਹਾਨੂੰ ਕਿ ਜਿਹੜੇ ਉਮੀਦਵਾਰਾਂ ਦੇ ਅਪਰਾਧਿਕ ਮਾਮਲੇ ਦਰਜ ਹੈਗੇ ਨੇ? ਪੰਜਾਬ ਦੀ ਸਥਿਤੀ ਦੀ ਗੱਲ ਕਰੀਏ ਤਾਂ ਜੀ ਗੁਰਪ੍ਰੀਤ ਜੀ, ਇਹ ਬੜੀ ਇੱਕ ਘਿਨੌਣੀ ਜਿਹੜੀ ਹੈਗੀ ਆ ਸਿਆਸਤ ਦੇ ਵਿੱਚ ਇਹ ਹਰਕਤ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਿਸਮ ਦਾ ਜੋ ਰਿਵਾਜ ਹੋ ਗਿਆ ਹੈ ਕਿ ਅਪਰਾਧ ਦਾ ਸਿਆਸੀਕਰਨ ਔਰ ਸਿਆਸਤ ਦਾ ਅਪਰਾਧੀਕਰਨ। ਇਹ ਜਿਹੜੀ ਚੀਜ਼ ਹੋਈ ਹੈ ਪਿਛਲੇ ਲਗਭਗ 20-25 ਸਾਲਾਂ ਤੋਂ, ਇਹ ਲਗਾਤਾਰ ਵੱਧਦੀ ਜਾ ਰਹੀ ਹੈ। ਤੁਸੀਂ ਦੇਖੋਗੇ ਕਿ ਹਰ ਆਉਣ ਵਾਲੀਆਂ ਚੋਣਾਂ ਦੇ ਵਿੱਚ, ਚਾਹੇ ਲੋਕ ਸਭਾ ਦੀਆਂ ਹੋਣ ਚਾਹੇ ਵਿਧਾਨ ਸਭਾ ਦੀਆਂ ਹੋਣ, ਇਹਨਾਂ ਦੇ ਵਿੱਚ ਇਦਾਂ ਦੀ ਗਿਣਤੀ ਜਿਹੜੀ ਹੈਗੀ ਹੈ ਵੱਧਦੀ ਜਾ ਰਹੀ ਹੈ। ਤੁਸੀਂ ਅੱਜ ਵੀ ਜੇਕਰ ਆਪਾਂ ਇੱਕ ਪਾਸੇ, ਪਹਿਲਾਂ ਕੀ ਹੁੰਦਾ ਸੀਗਾ ਕਿ ਅਸੀਂ ਬਿਹਾਰ ਦੇ ਨਾਲ ਤੁਲਨਾ ਨਹੀਂ ਸੀ ਕਰਦੇ ਪੰਜਾਬ ਦੀ, ਪਰ ਅੱਜ ਦੀ ਤੁਲਨਾ ਜਿਹੜੇ ਆਮ ਲੋਕ ਨੇ ਉਹ ਬਿਹਾਰ ਦੀਆਂ ਚੋਣਾਂ ਦੇ ਨਾਲ ਕਰਨ ਲੱਗੇ ਨੇ, ਕਿਉਂਕਿ ਉੱਥੇ ਵੀ ਅਪਰਾਧਿਕ ਪਿਛੋਕੜ ਵਾਲੇ ਲੋਕ ਜਿਹੜੇ ਸੀਗੇ ਉਹ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਦੇ ਸੀਗੇ। ਤੁਸੀਂ ਇਹ ਦੇਖੋ ਕਿ ਇਸ ਵਾਰੀ ਜਦੋਂ ਪੰਜਾਬ ਦੀ ਗੱਲ ਕਰਦੇ ਆ ਤਾਂ ਦੋ ਵੱਡੇ ਚਿਹਰੇ ਜਿਹੜੇ ਨੇ ਉਹਨਾਂ ਦੇ ਉੱਤੇ ਬਹੁਤ ਗੰਭੀਰ ਦੋਸ਼ ਜਿਹੜੇ ਨੇ ਲੱਗੇ ਨੇ। ਖਾਸ ਤੌਰ ਤੇ ਸੁਖਪਾਲ ਖਹਿਰਾ ਦੇ ਉੱਤੇ ਆਪਾਂ ਸਾਰੇ ਜਾਣਦੇ ਆ ਕਿ ਡਰੱਗਸ ਨੂੰ ਲੈ ਕੇ ਵੱਡਾ ਜਿਹੜਾ ਹੈਗਾ ਦੋਸ਼ ਲੱਗਿਆ ਹੋਇਆ, ਔਰ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਥੋੜੀ ਜਿਹੀ ਰਾਹਤ ਮਿਲੀ ਸੀਗੀ। ਔਰ ਇਸੇ ਤਰ੍ਹਾਂ ਆਪਾਂ ਜਾਣਦੇ ਆ ਕਿ ਮਾਝੇ ਦੇ ਵਿੱਚ, ਜਿਹੜਾ ਕਿ ਮਾਝੇ ਦੇ ਵੱਡਾ ਚਿਹਰਾ ਅਕਾਲੀ ਦਲ ਦਾ, ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਬਹੁਤ ਵੱਡੇ ਗੰਭੀਰ ਦੋਸ਼ ਮਜੀਠੀਆ ਜੀ ਦੇ ਉੱਤੇ ਲੱਗਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਔਰ ਇਸ ਵਾਰੀ ਵੀ। ਉਹਨਾਂ ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਜੇਕਰ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਕਿ ਸਾਹਮਣੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਬਹੁਤ ਦਿੱਕਤ ਆ ਸਕਦੀ ਹੈ ਵੱਖ-ਵੱਖ ਪਾਰਟੀਆਂ ਨੂੰ। ਔਰ ਪੰਜਾਬ ਦੀ ਜਿਹੜੀ ਛਵੀ ਹੈ, ਪੰਜਾਬ ਦੀ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਿਆਸੀ ਛਵੀ ਹੈ, ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜਾ ਹੈਗਾ ਇਦਾਂ ਦੇ ਜਦੋਂ ਅਪਰਾਧਿਕ ਮਸਲੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਉਹ ਹੋਏਗੀ। ਸੋ ਗੁਰਪ੍ਰੀਤ ਜੀ, ਇਹ ਪੰਜਾਬ ਦੇ ਲਈ ਇੱਕ ਘਿਨੌਣੀ ਔਰ ਮਾੜੀ ਗੱਲ ਹੈ, ਔਰ ਇਦਾਂ ਦੀ ਗੱਲ ਜਿਹੜੀ ਹੈਗੀ ਹੈ ਨਹੀਂ ਹੋਣੀ ਚਾਹੀਦੀ ਸੀਗੀ। ਔਰ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਹਮੇਸ਼ਾ ਹੀ ਇੱਕ ਚੰਗੀ ਸਿਆਸਤ ਵੱਲ ਲੈ ਕੇ ਜਾਣ ਦੀ ਲੋੜ ਹੈ, ਇਮਾਨਦਾਰ ਸਿਆਸਤ ਵੱਲ, ਔਰ ਜਿਹੜੀ ਲੋਕਾਂ ਦੇ ਲਈ ਕੰਮ ਕਰ ਸਕੇ, ਲੋਕਾਂ ਦੇ ਜਿਹੜੇ ਨੇ ਮਾਡਲ, ਇੱਕ ਉਹਨਾਂ ਦਾ ਪੰਜਾਬ ਦਾ ਇੱਕ ਮਾਡਲ ਲਿਆ ਕੇ ਆ ਸਕੇ, ਪੰਜਾਬ ਨੂੰ ਸੰਕਟ ਚੋਂ ਕੱਢ ਸਕੇ, ਚਾਹੇ ਉਹ ਆਰਥਿਕ ਸੰਕਟ ਹੈ, ਚਾਹੇ ਸਮਾਜਿਕ ਸੰਕਟ ਹੈ, ਚਾਹੇ ਉਹ ਖੇਤੀ ਦਾ ਸੰਕਟ ਹੈ, ਚਾਹੇ ਨੌਜਵਾਨਾਂ ਦਾ ਸੰਕਟ ਹੈ, ਯਾਨੀ ਕਿ ਰੋਜ਼ਗਾਰ ਦਾ ਸੰਕਟ ਹੈ। ਕਹਿਣ ਤੋਂ ਭਾਵ ਹੈ ਕਿ ਜੇਕਰ ਤੁਹਾਡੇ ਕੋਲੇ ਇਮਾਨਦਾਰ ਚਿਹਰੇ ਨਹੀਂ ਆਉਣਗੇ ਪੰਜਾਬ ਦੇ ਵਿੱਚ, ਤਾਂ ਪੰਜਾਬ ਦੇ ਇਸ ਵਾਰੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਸੰਕਟ ਪੈਦਾ ਹੋ ਚੁੱਕੇ ਨੇ। ਪਿਛਲੀਆਂ ਜਿਹੜੀਆਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਪਰਾਧਿਕ ਜਿਹੜੇ ਮਸਲੇ ਆ ਰਹੇ ਨੇ ਸਰਕਾਰਾਂ ਦੇ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ ਇਸੇ ਤਰ੍ਹਾਂ ਪਾਰਲੀਮੈਂਟਰੀ ਜਿਹੜੀ ਹੈਗੀ ਆ ਸਾਡਾ ਢਾਂਚਾ ਹੈ, ਜਾਂ ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਲਗਭਗ 45% ਹਿੱਸਾ ਜਿਹੜਾ ਹੈਗਾ ਜਿਨ੍ਹਾਂ ਦੇ ਉੱਤੇ ਸਿੱਧੇ ਜਾਂ ਸਿੱਧੇ ਤੌਰ ਤੇ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਹੁੰਦੇ ਨੇ। ਸੋ ਉਸ ਤਰ੍ਹਾਂ ਦਾ ਲਗਭਗ ਆਪਾਂ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਵੀ। ਔਰ ਜੇਕਰ ਇਹ ਹੁੰਦਾ ਹੈ, ਔਰ ਜੇਕਰ ਇਹ ਲੋਕ ਜਿੱਤਦੇ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਚੱਲ ਰਹੇ ਨੇ, ਤਾਂ ਇਹਦੇ ਨਾਲ ਇੱਕ ਪੰਜਾਬ ਦੀ ਛਵੀ ਜਿਹੜੀ ਹੈਗੀ ਹੈ ਉਹ ਬਿਹਾਰ ਵਰਗੀ ਹੋ ਸਕਦੀ ਹੈ। ਔਰ ਉਸ ਤੋਂ ਬਚਾਉਣ ਦੀ ਲੋੜ ਹੈ। ਜਿਹੜੀ ਗੱਲ ਸਮਝਣ ਵਾਲੀ ਹੈ ਪੰਜਾਬੀਆਂ ਨੂੰ ਕਿ ਪੰਜਾਬ ਨੂੰ ਸਾਫ਼ ਸੁਥਰੇ ਔਰ ਇਮਾਨਦਾਰ ਨੇਤਾਵਾਂ ਦੀ ਲੋੜ ਹੈ, ਇਮਾਨਦਾਰ ਲੀਡਰਾਂ ਦੀ ਲੋੜ ਹੈ, ਤਾਂ ਕਿ ਇੱਕ ਜਿਹੜਾ ਹੈਗਾ ਚੰਗਾ ਪੰਜਾਬ ਨੂੰ ਜਿਹੜਾ ਹੈਗਾ ਮਾਡਲ ਬਣਾਇਆ ਜਾਏ। ਔਰ ਕਿਉਂਕਿ ਪੰਜਾਬ ਹਮੇਸ਼ਾ ਹੀ ਨਵੀਂ ਚੀਜ਼ ਨੂੰ
ਅਪਣਾਉਣ ਦੇ ਵਿੱਚ ਮੋਹਰੀ ਰਿਹਾ ਹੈ। ਇਸ ਕਰਕੇ ਪੰਜਾਬ ਨੇ ਕਦੇ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਮਾਡਲ ਨੂੰ ਜਿਹੜਾ ਹੈਗਾ ਮਨਜ਼ੂਰ ਨਹੀਂ ਕੀਤਾ। ਸੋ ਉਮੀਦ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਅਪਰਾਧਿਕ ਮਾਮਲਿਆਂ ਵਾਲੇ ਲੋਕਾਂ ਨੂੰ ਅੱਗੇ ਨਹੀਂ ਲਿਆਉਣਗੇ, ਸਾਫ਼ ਸੁਥਰੇ ਔਰ ਚੰਗੇ ਇਮਾਨਦਾਰ ਲੋਕਾਂ ਨੂੰ ਹੀ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹੀ ਪੰਜਾਬ ਦੇ ਲੋਕਾਂ ਤੋਂ ਉਮੀਦ ਕਰਨੀ ਬਣਦੀ ਹੈ ਗੁਰਪ੍ਰੀਤ ਜੀ। ਬਿਲਕੁਲ, ਕਿਤੇ ਨਾ ਕਿਤੇ ਇਹਦੇ ਨਾਲ ਮਾੜਾ ਜਿਹੜਾ ਪ੍ਰਭਾਵ ਹੈ ਉਹ ਲੋਕਾਂ ਦੇ ਵਿੱਚ ਜਾਂਦਾ ਨਜ਼ਰ ਆਉਂਦਾ। ਤਾਂ ਜਿਹੜਾ ਇਹ ਫੈਸਲਾ ਲਿਆ ਗਿਆ, ਕਹਿ ਸਕਦੇ ਹਾਂ ਕਿ ਇੱਕ ਚੰਗਾ ਫੈਸਲਾ ਚੋਣ ਕਮਿਸ਼ਨ ਦੇ ਵੱਲੋਂ ਵੀ। ਤਾਂ ਉੱਥੇ ਗੱਲ ਕਰਾਂਗੇ ਆਪਾਂ, ਮਾਇਆਵਤੀ ਪੰਜਾਬ ਦੌਰੇ ਤੇ ਆ ਰਹੇ ਨੇ 8 ਫਰਵਰੀ ਨੂੰ। ਤਾਂ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਵੱਡੇ ਲੀਡਰ ਭਾਵੇਂ ਰਾਹੁਲ ਗਾਂਧੀ ਸੀਗੇ, ਹੁਣ ਕੇਜਰੀਵਾਲ ਵੀ ਪੰਜਾਬ ਦੌਰੇ ਤੇ ਆਏ ਹੋਏ ਨੇ, ਤਾਂ ਵੱਡੇ ਲੀਡਰ ਆ ਰਹੇ ਨੇ ਕਿਤੇ ਨਾ ਕਿਤੇ ਚੋਣਾਂ ਨੂੰ ਲੈ ਕੇ। ਤਾਂ ਕੀ ਲੱਗਦਾ ਕਿੰਨਾ ਕੁ ਹੁਲਾਰਾ ਬਸਪਾ ਨੂੰ ਮਿਲਦਾ ਨਜ਼ਰ ਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ? ਜੀ ਗੁਰਪ੍ਰੀਤ ਜੀ, ਦੇਖੋ ਜਿੱਥੋਂ ਤੱਕ ਬਸਪਾ ਦਾ ਸਬੰਧ ਹੈ, ਜਦੋਂ ਅਸੀਂ ਪਿਛਲਾ ਰਿਕਾਰਡ ਉਹਦਾ ਵੇਖਦੇ ਹਾਂ ਔਰ ਕਿਸੇ ਵੇਲੇ ਬਹੁਤ ਜ਼ਿਆਦਾ ਉਹਨਾਂ ਦਾ ਪ੍ਰਭਾਵ ਸੀਗਾ, ਕਿਉਂਕਿ ਉਹਦਾ ਵੱਡਾ ਕਾਰਨ ਇਹੀ ਹੈ ਕਿ ਬਸਪਾ ਦਾ ਆਗਾਜ਼ ਜਾਂ ਬਾਬੂ ਕਾਸ਼ੀ ਰਾਮ ਜੀ ਜਿਹੜੇ ਕਿ ਪੰਜਾਬ ਤੋਂ ਸੀਗੇ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਵੀ ਕੀਤਾ ਔਰ ਉਹਨਾਂ ਦਾ ਯੋਗਦਾਨ ਵੀ ਹੈ ਪੰਜਾਬ ਦੇ ਵਿੱਚ, ਖਾਸ ਤੌਰ ਤੇ ਜੋ SC SC ਔਰ BC ਭਾਈਚਾਰਾ ਹੈ, ਸਾਡਾ ਦਲਿਤ ਭਾਈਚਾਰਾ ਹੈ, ਉਹਨਾਂ ਨੂੰ ਜਾਗਰਿਤ ਕਰਨ ਦੇ ਵਿੱਚ, ਉਹਨਾਂ ਨੂੰ ਉੱਪਰ ਚੁੱਕਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਜੜ੍ਹਾਂ ਲਾਉਣੀਆਂ ਬਸਪਾ ਨੇ ਕੋਸ਼ਿਸ਼ ਕੀਤੀ। ਪਰ ਹੌਲੀ ਹੌਲੀ ਕੀ ਹੋ ਗਿਆ ਕਿ ਜੋ ਹੀ ਕਾਸ਼ੀ ਰਾਮ ਜੀ ਦੀ ਡੈਥ ਹੋਈ ਜਾਂ ਉਸ ਤੋਂ ਬਾਅਦ ਲਗਾਤਾਰ ਅਸੀਂ ਦੌਰ ਦੇਖਦੇ ਹਾਂ ਤਾਂ ਬਹੁਤਾ ਬਸਪਾ ਦਾ ਪ੍ਰਭਾਵ ਸਾਨੂੰ ਦਿਖਾਈ ਨਹੀਂ ਦਿੱਤਾ, ਬਹੁਤ ਥੋੜੀਆਂ ਪਰਸੈਂਟੇਜ ਰਹਿ ਗਿਆ। ਇਸ ਵੇਲੇ ਜਿਹੜਾ ਪਿਛਲਾ ਆਪਾਂ ਪਰਸੈਂਟੇਜ ਦੇਖਦੇ ਹਾਂ, ਲਗਭਗ 1.5% ਉਹਨਾਂ ਨੂੰ ਵੋਟ ਪ੍ਰਤੀਸ਼ਤ ਪਿਛਲੀਆਂ ਚੋਣਾਂ ਦੇ ਵਿੱਚ ਮਿਲਿਆ ਸੀਗਾ। ਸੋ ਉਸ ਤੋਂ ਜਦੋਂ ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਕਿ ਬਸਪਾ ਨੂੰ ਕੰਮ ਕਰਨ ਦੀ ਲੋੜ ਸੀਗੀ ਇੱਥੇ, ਖਾਸ ਤੌਰ ਤੇ ਮਾਇਆਵਤੀ ਜੀ ਨੂੰ, ਕਿਉਂਕਿ ਮਾਇਆਵਤੀ ਜੀ ਦਾ ਸੰਬੰਧ ਵੀ ਕਿਤੇ ਨਾ ਕਿਤੇ ਪੰਜਾਬ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਰਿਹਾ ਹੈ। ਸੋ ਪਰ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਮਾਇਆਵਤੀ ਜੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਦੌਰਾ ਨਹੀਂ ਸੀ ਹੋ ਸਕਿਆ। ਇਹਦੇ ਪਿੱਛੇ ਕੀ ਕਾਰਨ ਨੇ ਇਹ ਉਹਨਾਂ ਨੂੰ ਹੀ ਪਤਾ ਹੋ ਸਕਦਾ ਹੈ। ਪਰ ਜਦੋਂ ਉਹਨਾਂ ਦੇ ਅਸੀਂ ਦੌਰਿਆਂ ਦੀ ਗੱਲ ਕਰਦੇ ਹਾਂ, ਜਦੋਂ ਬਸਪਾ ਔਰ ਅਕਾਲੀ ਦਲ ਦਾ ਗੱਠਜੋੜ ਵੀ ਹੋਇਆ ਸੀਗਾ, ਉਸ ਵੇਲੇ ਵੀ ਮਾਇਆਵਤੀ ਖੁਦ ਹਾਜ਼ਰ ਨਹੀਂ ਸੀਗੇ। ਸੋ ਇਸ ਕਰਕੇ ਵੱਡੇ ਸਵਾਲ ਉਸ ਵੇਲੇ ਵੀ ਚੁੱਕੇ ਗਏ ਸੀਗੇ ਮਾਇਆਵਤੀ ਜੀ ਦੇ ਉੱਤੇ। ਸੋ ਹੁਣ ਜੇਕਰ ਆ ਰਹੇ ਨੇ ਤਾਂ ਇਹਦੇ ਨਾਲ ਇੱਕ ਚੰਗਾ ਹੁਲਾਰਾ ਖਾਸ ਤੌਰ ਤੇ ਜਿਹੜਾ ਸਾਡਾ SC ਔਰ BC ਭਾਈਚਾਰਾ ਹੈ ਉਹਨੂੰ ਮਿਲਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਐਂਡ ਸਿਖਰ ਤੇ ਜਿਹੜਾ ਹੈਗਾ ਗੱਲ ਚੱਲ ਰਹੀ ਹੈ ਔਰ ਇਲੈਕਸ਼ਨਾਂ ਬਹੁਤ ਨੇੜੇ ਨੇ ਔਰ ਜੇਕਰ ਪ੍ਰਚਾਰ ਸਿਖਰ ਤੇ ਹੈ ਤਾਂ ਲਾਜ਼ਮੀ ਤੌਰ ਤੇ ਮਾਇਆਵਤੀ ਜੀ ਦੇ ਆਉਣ ਦੇ ਨਾਲ ਖਾਸ ਤੌਰ ਤੇ ਬਸਪਾ ਨੂੰ ਵੱਡਾ ਹੁਲਾਰਾ ਮਿਲਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਜੀ। ਬਿਲਕੁਲ, ਤੇ ਨਾਲ ਹੀ ਗੱਲ ਕਰਾਂਗੇ ਜਿਹੜੇ ਸਾਬਕਾ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਵੱਡੇ ਦੋਸ਼ ਨੇ ਜਿਹੜੇ ਲਗਾਏ ਗਏ ਨੇ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਗਈ ਹੈ। ਸਰਨਾ ਦੀ ਗੱਲ ਕਰੀਏ, GK ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਕਹਿੰਦੇ ਬਾਦਲਾਂ ਨੂੰ ਜਿਹੜੀ ਵੋਟ ਨਾ ਪਾਓ, ਸਿੱਧੇ ਤੌਰ ਤੇ ਅਪੀਲ ਕਰ ਦਿੱਤੀ ਹੈ। ਤਾਂ ਕੀ ਲੱਗਦਾ ਹੈ ਕਿ ਕਿੰਨਾ ਕੁ ਅਸਰ ਪੰਜਾਬ 'ਚ ਦੇਖਣ ਨੂੰ ਮਿਲ ਸਕਦਾ ਹੈ, ਕਿੰਨਾ ਕੁ ਬਾਦਲ ਪਰਿਵਾਰ ਨੂੰ ਨੁਕਸਾਨ ਹੋ ਸਕਦਾ ਇਹਦਾ? ਦੇਖੋ ਜਿੱਥੋਂ ਤੱਕ ਬਾਦਲ ਪਰਿਵਾਰ ਦਾ ਸੰਬੰਧ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਲਗਾਤਾਰ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਬੋਲਬਾਲਾ ਰਿਹਾ ਹੈ ਔਰ ਇਸ ਵੇਲੇ ਪ੍ਰਧਾਨਗੀ ਵੀ, ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਜੀ ਬਾਦਲ ਵੱਡਾ ਚਿਹਰਾ ਸੀਗੇ ਅਕਾਲੀ ਦਲ ਬਾਦਲ ਦਾ ਔਰ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸੁਖਬੀਰ ਬਾਦਲ ਜੀ ਵੱਡਾ ਚਿਹਰਾ ਬਣੇ। ਪਰ ਕਿਤੇ ਨਾ ਕਿਤੇ ਤੁਸੀਂ ਜਿਹੜੀਆਂ ਪਿਛਲੀਆਂ ਚੋਣਾਂ 'ਚ ਦੇਖੋਗੇ, 17 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਉੱਤੇ ਗੰਭੀਰ ਦੋਸ਼ ਲੱਗਦੇ ਆਏ ਨੇ, ਚਾਹੇ ਉਹ ਬਰਗਾੜੀ ਕਾਂਡ ਨੂੰ ਲੈ ਕੇ ਲੱਗਿਆ ਹੋਵੇ, ਚਾਹੇ ਉਹ ਨਸ਼ਿਆਂ ਨੂੰ ਲੈ ਕੇ ਲੱਗਿਆ ਹੋਵੇ। ਇਹਦਾ ਨਤੀਜਾ ਕੀ ਨਿਕਲਿਆ ਕਿ ਜਿਹੜੀ ਪਾਰਟੀ ਕਿਸੇ ਵੇਲੇ ਇਹ ਕਹਿੰਦੀ ਸੀ ਕਿ 25 ਸਾਲ ਅਸੀਂ ਰਾਜ ਕਰਾਂਗੇ, ਉਹ ਪਾਰਟੀ ਤੀਜੇ ਨੰਬਰ ਤੇ ਪਿਛਲੀਆਂ ਚੋਣਾਂ ਦੇ ਵਿੱਚ ਸਿਮਟ ਕੇ ਰਹਿ ਗਈ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਦਿੱਲੀ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਹੋਈਆਂ ਨੇ ਔਰ ਉਹਦੇ ਵਿੱਚ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਵਿਰੋਧੀ ਖੇਮਾ ਹੈ ਉਹਨਾਂ ਨੇ ਵੀ ਉਹਨਾਂ ਦੇ ਉੱਤੇ ਦੋਸ਼ ਲਾਏ ਸੀਗੇ ਔਰ ਉਹਨਾਂ ਦੇ ਕਾਰਨ ਕੀ ਸੀਗਾ ਕਿ ਬਹੁਤ ਸਾਰਾ ਜਿਹੜਾ ਆਪਸੀ ਵੱਖ-ਵੱਖ ਪਾਰਟੀਆਂ ਦੀ ਖਿੱਚੋਤਾਣ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੀ ਸੀਗੀ। ਔਰ ਇਹੀ ਕਾਰਨ ਹੈ ਕਿ ਚਾਹੇ ਸਰਨਾ ਜੀ ਹੋਣ, ਚਾਹੇ GK ਜੀ ਹੋਣ, ਔਰ ਪਿਛਲੇ ਦਿਨਾਂ ਦੇ ਵਿੱਚ ਜੋ ਵੱਡਾ ਘਾਟਾ ਕਾਂਗਰਸ ਅਕਾਲੀ ਦਲ ਨੂੰ ਪਿਆ ਹੈ ਦਿੱਲੀ ਦੇ ਵਿੱਚ, ਉਹ ਹੈ ਸਿਰਸਾ ਜੀ ਦਾ BJP ਦੇ ਵਿੱਚ ਸ਼ਾਮਲ ਹੋਣਾ, ਕਿਉਂਕਿ ਇੱਕ ਵੱਡਾ ਚਿਹਰਾ ਸੀਗੇ ਅਕਾਲੀ ਦਲ ਦਾ
ਬਹੁਤ ਖਾਸਮ ਖਾਸ ਸੁਖਬੀਰ ਬਾਦਲ ਦੇ ਬੰਨੇ ਜਾਂਦੇ ਸੀਗੇ। ਜਦੋਂ ਉਹ ਛੱਡੇ ਸੀਗੇ ਤਾਂ ਬਹੁਤ ਵੱਡਾ ਘਾਟਾ ਜਿਹੜਾ ਸੀਗਾ ਅਕਾਲੀ ਦਲ ਨੂੰ ਪਿਆ ਸੀਗਾ। ਸੁਖਬੀਰ ਬਾਦਲ ਹੋਰਾਂ ਨੂੰ ਖੁਦ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਇਹਦੇ ਨਾਲ ਘਾਟਾ ਪਿਆ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਇਦਾਂ ਦੇ ਬਿਆਨ ਆਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਵੀ ਇਹਦਾ ਅਸਰ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਦਿਖਾਈ ਦੇਗਾ ਔਰ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਜਿਹੜੀ ਇਹ ਅਪੀਲ ਕੀਤੀ ਗਈ ਹੈ ਉਹਦਾ ਖਮਿਆਜਾ ਕਾਫੀ ਉਹਦਾ ਨੁਕਸਾਨ ਜਿਹੜਾ ਹੈਗਾ ਭੁਗਤਣਾ ਪੈ ਸਕਦਾ, ਕਿਉਂਕਿ ਸਰਨਾ ਔਰ ਜੀਕੇ ਦਾ ਕਿਤੇ ਨਾ ਕਿਤੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਵੋਟ ਬੈਂਕ ਜ਼ਰੂਰ ਹੈ ਔਰ ਉਸ ਵੋਟ ਬੈਂਕ ਨੂੰ ਇਦਾਂ ਦੀਆਂ ਅਪੀਲਾਂ ਜ਼ਰੂਰ ਪ੍ਰਭਾਵਿਤ ਕਰਦੀਆਂ ਨੇ ਔਰ ਉਮੀਦ ਹੈ ਕਿ ਇਦਾਂ ਦੀਆਂ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਇਦਾਂ ਦੀ ਜਿਹੜੀ ਅਪੀਲ ਕੀਤੀ ਗਈ ਹੈ ਕਿ ਉਹਦੇ ਨਾਲ ਸ਼ਹਿਰੀ ਵੋਟਰ ਦੇ ਉੱਤੇ ਕਾਫੀ, ਖਾਸ ਤੌਰ ਤੇ ਅਕਾਲੀ ਦਲ ਦਾ ਜੋ ਸ਼ਹਿਰੀ ਵੋਟਰ ਹੈ ਉਹਦੇ ਉੱਤੇ ਇਸ ਅਪੀਲ ਦਾ ਕਾਫੀ ਅਸਰ ਤੁਹਾਨੂੰ ਦਿਖਾਈ ਦੇਵੇਗਾ ਇਹਨਾਂ ਚੋਣਾਂ ਦੇ ਵਿੱਚ। ਗੁਰਪ੍ਰੀਤ ਜੀ ਬਿਲਕੁਲ ਡਾਕਟਰ ਸਾਹਿਬ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੀ ਸਿਆਸਤ ਤੇ ਅਕਾਲੀ ਦਲ ਤੇ, ਇਹਦਾ ਦੇਖਣ ਵਾਲਾ ਸਮਾਂ ਹੋਏਗਾ। ਤਾਂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਦੀ ਸਿਆਸੀ ਸਥਿਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ, ਕੀ ਕੁਝ ਸਿਆਸਤ 'ਚ ਚੱਲ ਰਿਹਾ ਹੈ ਤੇ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਖਾਸਮ ਖਾਸ ਰਹਿ ਸਕਦਾ ਹੈ। ਆਪਣੇ ਕੀਮਤੀ ਵਿਚਾਰ ਰੱਖੇ ਨੇ। ਤਾਂ ਖਬਰ ਸਵੇਰ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ। ਬਿਲਕੁਲ ਸੱਚ, ਜੋਤਿਸ਼ਿਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 9996862004